सो बेटा सारा को एक बार दोबारा तो प्यार भरी सत श्री अकाल। मेरा नाम हरसिमरनदीप सिंह है और मैं सरकारी स्मार्ट हाई स्कूल नैन कलां डिस्ट्रिक्ट पटियाला विच एज अ मैथमेटिक्स टीचर काम कर रहे हैं। ਅੱਜ ਅਸੀਂ ਫੇਰ 10th ਕਲਾਸ ਦਾ ਜਿਹੜਾ ਬੜਾ ਇੰਪੋਰਟੈਂਟ ਟੌਪਿਕ ਹੈ ਜਿਸ ਨੂੰ ਅਸੀਂ ਕਹਿੰਦੇ ਆ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ। ਇਸ ਦੇ ਵਿੱਚ ਜਿਹੜੀਆਂ ਸਾਡੇ ਕੋਲੇ ਦੋ ਇਕੁਏਸ਼ਨਸ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਐਲੀਮੀਨੇਸ਼ਨ ਮੈਥਡ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਨੂੰ ਅਸੀਂ ਕਹਿੰਦੇ ਆ ਵਿਲੋਪਨ ਵਿਧੀ ਜਾਂ ਐਲੀਮੀਨੇਸ਼ਨ ਮੈਥਡ। ਲਾਸਟ ਟਾਈਮ ਜੋ ਅਸੀਂ ਕੀਤਾ ਸੀ ਉਹ ਸੀ ਸਬਸਟੀਟਿਊਸ਼ਨ ਮੈਥਡ, ਇਸ ਵਾਰ ਅਸੀਂ ਕਰਾਂਗੇ ਐਲੀਮੀਨੇਸ਼ਨ ਮੈਥਡ। ਇਹ ਕਿਸ ਤਰ੍ਹਾਂ ਕਰਾਂਗੇ ਅਸੀਂ? ਸਾਡੇ ਕੋਲੇ ਪੇਪਰ ਦੇ ਵਿੱਚ ਦੋ ਇਕੁਏਸ਼ਨਸ ਲਿਖੀਆਂ ਆ ਸਕਦੀਆਂ ਔਰ ਐਗਜ਼ਾਮੀਨਰ ਸਾਨੂੰ ਕਹੇਗਾ ਕਿ ਇਸ ਮੈਥਡ ਨਾਲ ਉਹਨਾਂ ਦਾ ਹੱਲ ਕਰਕੇ ਦਿਓ। ਤਾਂ ਅਸੀਂ ਇਸ ਵਿਧੀ ਨੂੰ ਸਮਝਦੇ ਹਾਂ ਪਹਿਲਾਂ ਇੱਕ ਐਗਜ਼ਾਮਪਲ ਦੇ ਥਰੂ। एक्सरसाइज 3.4 ਦਾ ਫਸਟ ਕੁਐਸਚਨ ਦਾ ਸੈਕਿੰਡ ਪਾਰਟ ਹੈ। ਫਸਟ ਕੁਐਸਚਨ ਦਾ ਸੈਕਿੰਡ ਪਾਰਟ ਦੋ ਇਕੁਏਸ਼ਨਸ ਮੈਂ ਲਿਖ ਰਿਹਾ 3x 4y 10, 3x 4y 10, 2x 2y 2, 2x 2y 2। ਇਹ ਸਾਡੇ ਕੋਲੇ ਦੋ ਇਕੁਏਸ਼ਨਸ ਨੇ। ਅਸੀਂ ਇਹਨਾਂ ਨੂੰ ਵਿਲੋਪਨ ਵਿਧੀ ਨਾਲ ਹੱਲ ਕਰਨਾ ਹੈ। ਵਿਲੋਪਨ ਵਿਧੀ ਦਾ ਮਤਲਬ ਇਹ ਹੁੰਦਾ ਹੈ ਕਿ ਆਈਦਰ x ਨੂੰ ਜਾਂ y ਨੂੰ ਅਸੀਂ ਖਤਮ ਕਰ ਦਈਏ ਸੋ ਦੈਟ ਸਾਡੇ ਕੋਲੇ ਇੱਕ ਚੀਜ਼ ਬਚੇ, ਜਾਂ ਤਾਂ x ਬਚੇ ਜਾਂ y ਬਚੇ। ਇਸ ਦਾ ਸਭ ਤੋਂ ਈਜ਼ੀ ਮੈਥਡ ਕੀ ਹੈ? ਸਭ ਤੋਂ ਸਿੰਪਲ ਜੋ ਮੈਥਡ ਹੈ ਉਹ ਇਹ ਹੈ ਕਿ ਅਸੀਂ ਪਹਿਲੀਆਂ ਜਿਹੜੀਆਂ ਦੋ सेम x वाली रकमां ने इन्हां नूं असीं सेम करना। मतलब सिंपल मैथड मैं तुहानूं समझा दवां। पहली रकम दे नाल देखो x नाल 3 लग्या हुआ है और इस रकम दे विच इस इक्वेशन च x नाल 2 लग्या हुआ है। तां इस इक्वेशन नूं मैं की करदा, आ वाली जिहड़ी इक्वेशन है इस नूं मैं मल्टीप्लाई कर देना जो इस इक्वेशन दे x नाल लग्या हुआ है। देखो 2 ना गुणा 2 करूंगा। मैं तो सिर्फ साइड पे लिख के दिखाया, आप गुणा हले करांगे। इस इक्वेशन ਨੂੰ मैं गुणा करूंगा किस दे नाल? जो इस x दे नाल लग्या होया है, वो लग्या होया है 3। ध्यान नाल देखियो, इस इक्वेशन ਨੂੰ मैं पूरी इक्वेशन ਨੂੰ गुणा करूंगा ये जो x दे नाल लग्या होया 2 ਇਹਦੇ ਨਾਲ गुणा करता और इस इक्वेशन ਨੂੰ मैं गुणा करूंगा इस x दे नाल जो लग्या होया 3। इत्थे मैं मल्टीप्लाई करता। अपना टारगेट की है कि ਜਿਹੜੇ ਆਹ ਪਹਿਲੇ ਦੋ x ਨੇ ਇਸ ਦੇ ਵਿੱਚ ਵੀ x ਵਾਲੀ ਰਕਮ ਤੇ ਇਸ ਦੇ ਵਿੱਚ ਵੀ x ਵਾਲੀ ਰਕਮ ਦੋਨਾਂ ਦੇ ਅੱਗੇ ਸੇਮ ਜੋ ਹੈ ਨੰਬਰ ਆ ਜਾਵੇ। ਇਹਦੇ ਅੱਗੇ ਵੀ ਸੇਮ ਨੰਬਰ ਆ ਜਾਏ, ਇਹਦੇ ਅੱਗੇ ਵੀ ਸੇਮ ਨੰਬਰ ਆ ਜਾਏ। ਹੁਣ ਦੇਖੋ ਜਦੋਂ ਅਸੀਂ ਪੂਰੀ ਇਕੁਏਸ਼ਨ ਨੂੰ 2 ਨਾਲ ਮਲਟੀਪਲਾਈ ਕਰਾਂਗੇ, ਆਪਾਂ ਰਫ ਚ ਕਰਕੇ ਦੇਖ ਲੈਂਦੇ ਆ ਜਾਂ ਆਪਾਂ ਇੱਥੇ ਫੇਰ ਦੇ ਵਿੱਚ ਹੀ ਕਰਦੇ ਆ। 2 ਨਾਲ ਮਲਟੀਪਲਾਈ ਕਰ ਰਹੇ ਨੇ ਪੂਰੀ ਇਕੁਏਸ਼ਨ ਨੂੰ। 3x 4y बराबर है 10। इस पूरी इक्वेशन को मैं 2 नाल मल्टीप्लाई करता हूं। तो जो मैं 2 नाल मल्टीप्लाई करूंगा तो 2 ਨੂੰ मैं 3x ਨਾਲ गुणा करूंगा तो आएगा 6x प्लस 2 ਨੂੰ मैं 4y ਨਾਲ गुणा करूंगा ये आएगा 8y बराबर है 2 ਨੂੰ मैं 10 ਨਾਲ गुणा करूंगा ये आएगा 20। पूरी इक्वेशन ਨੂੰ मैंने 2 ਨਾਲ गुणा किया तो ये आया 6x 8y बराबर है 20। ਹੁਣ ਇਸੇ ਤਰ੍ਹਾਂ ਆ ਜਿਹੜੀ ਇਕੁਏਸ਼ਨ ਹੈ ਇਸ ਨੂੰ ਮੈਂ 3 ਨਾਲ ਗੁਣਾ ਕਰੂੰਗਾ। ਜਦੋਂ ਮੈਂ 3 ਨਾਲ ਮਲਟੀਪਲਾਈ ਕਰੂੰਗਾ ਤਾਂ ਕੱਲੀ ਚੀਜ਼ ਇਕੁਏਸ਼ਨ ਦੀ 3 ਨਾਲ ਮਲਟੀਪਲਾਈ ਹੋ ਜਾਏਗੀ। ਤਾਂ ਅਸੀਂ ਦੇਖਦੇ ਹਾਂ 3 ਨੂੰ ਜਦੋਂ ਮੈਂ 2x ਨਾਲ ਗੁਣਾ ਕੀਤਾ ਆਪਾਂ ਲਿਖ ਸਕਦੇ ਹਾਂ 3 ਨਾਲ ਮੈਂ ਗੁਣਾ ਕਰੂੰਗਾ ਇਹ ਸਾਰੀ ਇਕੁਏਸ਼ਨ। ਇਹ ਕੀ ਹੈ 2x 2y ਬਰਾबर है 2। ਤਾਂ 3 ਨੂੰ ਮੈਂ ਮਲਟੀਪਲਾਈ ਕਰਦਾ ਸਾਰੀ ਇਕੁਏਸ਼ਨ ਨਾਲ ਤਾਂ 3 ਗੁਣਾ 2x ਇਹ ਬਣ ਗਿਆ 6x। 3 गुणा -2y -6y बराबर है 3 गुणा 2 6। ये इक्वेशन की बन गई 6x 6y बराबर है 6। ਜਦੋਂ ਅਸੀਂ ਇਹ ਚੀਜ਼ ਕੀਤੀ ਤਾਂ ਹੋਇਆ ਕਿ ਦੋਨੋਂ ਇਕੁਏਸ਼ਨਸ ਦਾ ਜਿਹੜਾ ਅਗਲੀ ਵੈਲਿਊ ਹੈ x ਦੇ ਨਾਲ ਵਾਲਾ ਜਿਹੜਾ ਨੰਬਰ ਲਿਖਿਆ ਹੋਇਆ ਉਹ ਸੇਮ ਆ ਗਿਆ, ਬਿਲਕੁਲ ਸੇਮ ਆ ਗਿਆ। ਇਹ ਆਪਾਂ ਨੂੰ ਤਾਂ ਸਾਰਾ ਕੁਝ ਕਰਨਾ ਪਿਆ ਤਾਂ ਕਿ ਅਸੀਂ ਇਹ ਜੋ ਨੰਬਰ ਹੈ ਉਹ ਸੇਮ ਲੈ ਕੇ ਆ ਸਕੀਏ। ਹੁਣ ਅਸੀਂ ਕੀ ਕਰਾਂਗੇ ਇਸ ਇਕੁਏਸ਼ਨ ਚੋਂ ਇਸ ਇਕੁਏਸ਼ਨ ਨੂੰ ਘਟਾ ਦਾਂਗੇ। ਇਸ ਇਕੁਏਸ਼ਨ ਚੋਂ ਇਸ ਨੂੰ ਮੰਨ ਲੈਣਾ ਇਕੁਏਸ਼ਨ ਨੰਬਰ 1, ਇਸ ਨੂੰ ਮੰਨ ਲੈਣਾ ਇਕੁਏਸ਼ਨ ਨੰਬਰ 2। सबट्रैक्टिंग 2 from 1
पहली चो मैं दूजी ਨੂੰ ਘਟਾਉਂਗਾ ਜਦੋਂ ਅਸੀਂ ਘਟਾਉਂਦੇ ਆ ਜਿਵੇਂ ਮੈਂ ਕਹਿੰਦਾ 10 ਚੋਂ ਮੈਂ 5 ਨੂੰ ਘਟਾਣਾ ਤਾਂ ਮੈਂ 5 ਦਾ ਸਾਈਨ ਮਾਈਨਸ ਕਰਦਾ ਹਾਂ ਮਾਈਨਸ ਲਿਖ ਦੇਣਾ ਇਸੇ ਤਰ੍ਹਾਂ ਜਦੋਂ ਇਸ ਰਕਮ ਨੂੰ ਘਟਾਣਾ ਹੈ ਤਾਂ ਸਾਈਨ ਜਿਹੜਾ ਪਲੱਸ ਵਾਲਾ ਹੁੰਦਾ ਉਹ ਮਾਈਨਸ ਦਾ ਹੋ ਜਾਂਦਾ ਜਿਹੜਾ ਮਾਈਨਸ ਵਾਲਾ ਹੁੰਦਾ ਉਹ ਪਲੱਸ ਦਾ ਹੋ ਜਾਂਦਾ ਤਾਂ ਮੈਂ ਕੀ ਕਰ ਰਿਹਾ 6x ਚੋਂ ਇਸ 6x ਨੂੰ ਘਟਾਣਾ ਹੈ ਇਹ ਸਾਰੀ ਰਕਮ ਦੇ ਜਿਹੜੇ ਸਾਈਨ ਨੇ ਇਹ ਕੀ ਕਰਾਂਗੇ ਆਪਾਂ ਉਲਟ ਕਰ ਦਾਂਗੇ ਇਹ ਪਲੱਸ ਵਾਲਾ ਹੈ ਮਾਈਨਸ ਇਹ ਮਾਈਨਸ ਵਾਲਾ ਹੈ ਪਲੱਸ 6 के प्लस है तो ये माइनस तो हुण इस नु ਅਸੀਂ ਘਟਾ ਲਿਆ 6x माइनस 6x पढ़िया जाएगा 6x माइनस 6x ये खत्म हो जाता 0 हो जाता है 8y प्लस 6y 14y 8y प्लस 6y बराबर होता है 14y इज इक्वल टू 20 माइनस 6 20 चो मैं माइनस करना है 6 ये आ गया 14 तो y की वैल्यू की आ गई y नाल 14 गुणा दे विच है उधर जाके की हो जाएगा भाग दे विच आपस कटिंग होगी y की जो वैल्यू आ गई वो आ गई 1 मींस y की वैल्यू आ गई 1 तो जेडी आ वाली इक्वेशन सी 3x 4y बराबर है 10 इस दे विच इस इक्वेशन च मैं y की वैल्यू भर किसी भी चाहे ऐसे भर लो चाहे ये विच भर लो पहली चीज भर लेते हैं 3x प्लस 4y बराबर है 10 y की वैल्यू 1 है तो मैं की किया 3x प्लस 4 गुना y है तो 4 गुना 1 बराबर है 10 तो 3x प्लस 4 गुना 1 होता है 4 बराबर है 10 तो 3x बराबर आ गया 10 एक प्लस 4 उधर जाके हो गया माइनस 4 3x बराबर आ गया 6 तो x बराबर है 6 बटा 3 क्योंकि x नाल 3 गुणा दे विच सी उधर जाके की हो गया है भाग दे विच हो गया x बराबर है 3 एकम 3 दूनी 6 तो x की वैल्यू की आ गई 2 आ गई तो ਅਸੀਂ ਇਹਨਾਂ ਦੋਨਾਂ ਇਕੁਏਸ਼ਨਸ ਨੂੰ ਕਿਵੇਂ ਹੱਲ ਕੀਤਾ ਐਲੀਮੀਨੇਸ਼ਨ ਮੈਥਡ ਦੇ ਨਾਲ ਹੱਲ ਕੀਤਾ y ਦੀ ਵੈਲਿਊ 1 ਭਰ ਲਈ x ਦੀ ਵੈਲਿਊ 2 ਭਰ ਲਈ और ਤੁਸੀਂ ਇੱਥੇ ਭਰ ਕੇ ਦੇਖੋਗੇ y ਦੀ ਵੈਲਿਊ 1 ਫਾਈਂਡ ਕਰ ਲਈ x ਦੀ ਵੈਲਿਊ 2 ਫਾਈਂਡ ਕਰ ਲਈ और ਤੁਸੀਂ ਇੱਥੇ ਭਰ ਕੇ ਦੇਖੋਗੇ ਤੁਹਾਨੂੰ ਨਜ਼ਰ ਆਏਗਾ ਕਿ सेम साडा इक्वेशन जो है मैच होगी 3 गुना x मतलब x की वैल्यू 2 है 3 दूनी 6 प्लस 4 गुना y y की वैल्यू 1 है 4 एकम 4 6 प्लस 4 बराबर है 10 इट मीन साडी वैल्यूज मैच कर गईयां साडी जो वैल्यूज ने बिल्कुल सही निकलियां इसे टाइप दी आपां एक और एग्जांपल लेने हैं ईजीएस्ट मेथड है पेपर दे विच कोई भी क्वेश्चन सोल्व करने दा सब तो सौखा तरीका यही है एलिमिनेशन मेथड इक्वेशन को सोल्व करने x plus y is equal to 5 फर्स्ट पार्ट है फर्स्ट क्वेश्चन x plus y is equal to 5 and second है is equation 2x minus 3y is equal to 4 2x minus 3y is equal to 4 ਹੁਣ ਅਸੀਂ ਕੀ ਕਰਾਂਗੇ ਦੇਖੋ अपना टारगेट है इस अखर दे अगे देखो x दे अगे कुछ नहीं लग्या हुआ इट मींस 1 लग्या हुआ है और इस x दे अगे 2 लग्या हुआ है ਅਸੀਂ ਕੀ ਕਰਾਂਗੇ इस पूरी रकम ਨੂੰ ਮਲਟੀਪਲਾਈ ਕਰ ਦਾਂਗੇ जो इस x ਦੇ ਨਾਲ ਲੱਗਿਆ ਹੋਇਆ ਕੀ ਲੱਗਿਆ ਹੋਇਆ है 2 और इस पूरी रकम ਨੂੰ ਮਲਟੀਪਲਾਈ ਕਰ ਦਾਂਗੇ ਇਕੁਏਸ਼ਨ ਨੂੰ जो इस x ਦੇ ਨਾਲ ਲੱਗਿਆ ਹੋਇਆ ਕੀ ਲੱਗਿਆ ਹੋਇਆ है 1 x ਨਾਲ 1 ਲੱਗਿਆ ਹੋਇਆ ਤਾਂ ਜਦੋਂ ਅਸੀਂ ਹੱਲ ਕਰਾਂਗੇ ਅਸੀਂ ਇੱਥੇ ਮਲਟੀਪਲਾਈ ਕਰਕੇ ਹੁਣ ਨੀਚੇ ਲਿਖਦੇ ਹਾਂ 2 ਨੂੰ ਜਦੋਂ ਮੈਂ ਮਲਟੀਪਲਾਈ ਕਰੂੰਗਾ ਤਾਂ ਸਾਰੀ ਇਕੁਏਸ਼ਨ ਨਾਲ ਮਲਟੀਪਲਾਈ ਹੋਵੇ ਤਾਂ 2 ਗੁਣਾ x ਇੱਥੇ ਲਿਖਾਂਗੇ 2x प्लस 2 गुणा y 2y बराबर है 2 गुणा 5 10 ये बन गई इक्वेशन नंबर 1 अच्छा 2x गुणा 1 1 ਨਾਲ गुणा करेंगे तो 2x का 2x रह जाएगा माइनस 3y गुणा 1 माइनस 3y बराबर है 4 गुणा 1 4 इक्वेशन नंबर 2 आ गई इक्वेशन नंबर 1 एंड इक्वेशन नंबर ਅਸੀਂ 2 बना लिया ਹੁਣ ਕੀ ਲਿਖਾਂਗੇ सबट्रैक्टिंग 2 from 1 ਦੂਜੀ ਇਕੁਏਸ਼ਨ ਨੂੰ ਪਹਿਲੀ ਇਕੁਏਸ਼ਨ ਚੋਂ ਮਾਈਨਸ ਕਰੋ ਜਦੋਂ ਮਾਈਨਸ ਕਰਦੇ ਆ ਅਸੀਂ ਸਾਰੇ ਸਾਈਨ ਚੇਂਜ ਕਰ ਦੇਣੇ ਹੁੰਦੇ ਆ
ਤਾਂ ਇਹ ਸਾਈਨ ਪਲੱਸ ਦਾ ਹੈ ਮਾਈਨਸ ਦਾ ਇਹ ਮਾਈਨਸ ਵਾਲਾ ਹੈ ਪਲੱਸ ਦਾ ਇਹ ਪਲੱਸ ਦਾ ਹੈ ਮਾਈਨਸ ਦਾ ਔਰ ਹੁਣ ਅਸੀਂ ਘਟਾਵਾਂਗੇ 2x minus 2x ਆਪਸ ਦੇ ਵਿੱਚ ਕਟਿੰਗ ਹੋਗੀ 2y plus 3y ਇਹ ਹੋ ਗਿਆ 5y 2y plus 3y बराबर है 5y is equal to 10 minus 4 10 minus 4 ये हो गया 6 तो y ਦੀ ਵੈਲਿਊ ਆ ਗਈ 6/5 क्योंकि 5 गुणा च सी उधर जाके भाग दे विच हो गया हुण x ਦੀ ਵੈਲਿਊ ਫਾਈਂਡ ਕਰਨੀ ਹੈ y ਦੀ ਵੈਲਿਊ ਨੂੰ ਕਿਸੇ ਵੀ ਇਕੁਏਸ਼ਨ ਚ ਅਸੀਂ ਫਿਲ ਕਰ ਸਕਦੇ ਹਾਂ ਅਸੀਂ ਪਹਿਲੀ ਇਕੁਏਸ਼ਨ ਚ ਫਿਲ ਕਰ ਦਿੰਦੇ ਹਾਂ x + y = 5 ਹੈ y ਦੀ ਵੈਲਿਊ ਨੂੰ ਫਾਈਂਡ ਕੀਤੀ ਹੈ 6/5 ਤਾਂ x + 6/5 बराबर है 5 ਦੇ ਤਾਂ x ਦੀ ਵੈਲਿਊ ਆ ਗਈ 5 ये प्लस 6/5 उधर है कि हो जाएगा माइनस 6/5 माइनस 6/5 तो x आ गया इधर ਅਸੀਂ 1 ਲਗਾ ਸਕਦੇ ਹਾਂ ਤਾਂ ਦੋਨੋਂ 1 ਤੇ 5 ਦਾ ਜੋ LCM ਹੁੰਦਾ ਹੈ ਉਹ ਹੁੰਦਾ ਹੈ 5 1 * 5 1 ਨੂੰ ਮੈਂ 5 ਨਾਲ ਗੁਣਾ ਕੀਤਾ ਤਾਂ 5 ਬਣਿਆ ਉੱਪਰ ਵੀ ਨਿਊਮਰੇਟਰ ਨੂੰ ਵੀ ਮੈਂ 5 ਨਾਲ ਗੁਣਾ ਕਰੂੰਗਾ ਤਾਂ 5 * 5 25 then minus 5 एकम 5 ਤਾਂ 6 एकम 6 ਕਿਉਂਕਿ 5 ਦਾ ਅਸੀਂ 5 ਹੀ ਰੱਖਿਆ ਤਾਂ 6 ਦਾ ਅਸੀਂ 6 ਲਿਖਾਂਗੇ ਇੱਥੇ 1 ਨੂੰ 5 ਨਾਲ ਗੁਣਾ ਕੀਤਾ ਸੀ ਤਾਂ 5 ਬਣਾਇਆ ਸੀ ਉੱਪਰਲੀ ਰਕਮ ਨੂੰ ਵੀ 5 ਨਾਲ ਗੁਣਾ ਕਰਕੇ ਮੈਂ 5 5 25 ਬਣਾਤਾ ਤਾਂ x ਦੀ ਵੈਲਿਊ ਆ ਗਈ 25 - 6 19/5 ਇਸ ਤਰ੍ਹਾਂ ਅਸੀਂ x ਦੀ ਵੈਲਿਊ ਫਾਈਂਡ ਕਰਨੀ y ਦੀ ਵੈਲਿਊ ਸੀ 6/5 and x ਦੀ ਵੈਲਿਊ ਹੈ 19/5 ਸੋ ਇਸ ਤਰੀਕੇ ਨਾਲ ਅਸੀਂ ਵਿਦ ਦ ਹੈਲਪ ਆਫ ਐਲੀਮੀਨੇਸ਼ਨ ਮੈਥਡ x ਦੀ ਤੇ y ਦੀ ਜੋ ਵੈਲਿਊਜ਼ ਹੈ ਉਹ ਫਾਈਂਡ ਕਰਨੀ ਹੈ ਥਰਡ ਅਸੀਂ ਇੱਕ ਹੋਰ ਐਗਜ਼ਾਮਪਲ ਆਪਾਂ ਇਸ ਟਾਈਪ ਦੀ ਦੇਖਦੇ ਹਾਂ क्वेश्चन है थर्ड पार्ट 3x minus 5y minus 4 थर्ड पार्ट है 3x minus 5y minus 4 is equal to 0 and is the second equation है 9x is equal to 2y plus 7 9x is equal to 2y plus 7 ਹੁਣ ਇਹ ਇਕੁਏਸ਼ਨਸ ਬਿਲਕੁਲ ਸਿੰਪਲ ਇਕੁਏਸ਼ਨਸ ਨੇ ਇਸ ਨੂੰ ਸਿਰਫ ਐਗਜ਼ਾਮੀਨਰ ਨੇ ਸਟੂਡੈਂਟਸ ਨੂੰ ਉਲਝਾਉਣ ਲਈ ਕੀ ਕੀਤਾ ਇਸ ਇਕੁਏਸ਼ਨ ਚ ਤਿੰਨੋਂ ਚੀਜ਼ਾਂ ਇੱਕ ਪਾਸੇ ਰੱਖਤੀਆਂ ਬਰਾਬਰ ਹੈ 0 ਲਿਖਤਾ ਇਸ ਇਕੁਏਸ਼ਨ ਚ is equal to ਦਾ ਸਾਈਨ ਚੱਕ ਕੇ ਵਿਚਕਾਰ ਲਿਆ ਹੈ 9x ਵਾਲੀ ਇੱਧਰ ਰੱਖਤੀ y ਵਾਲੀਆਂ ਉਧਰ ਚਲੀਆਂ ਗਈਆਂ ਤਾਂ ਉਹ ਚੀਜ਼ ਕੀ ਹੈ ਸਭ ਤੋਂ ਪਹਿਲਾਂ ਅਸੀਂ ਦੋਨੋਂ ਇਕੁਏਸ਼ਨਸ ਨੂੰ ਆਪਸ ਦੇ ਵਿੱਚ ਸਹੀ ਕਰਾਂਗੇ ਆਪਾਂ ਨੂੰ ਪਤਾ ਹੈ ਇਕੁਏਸ਼ਨ ਅਸੀਂ ਕਿਵੇਂ ਲਿਖਦੇ ਹਾਂ ਆ ਜਿਹੜੀ ਇਕੁਏਸ਼ਨ ਹੈ 3x - 5y - 4 ਬਰਾਬਰ ਹੈ 0 ਇਸ ਨੂੰ ਪਹਿਲਾਂ ਅਸੀਂ ਠੀਕ ਕਰਾਂਗੇ ਇਸ ਨੂੰ ਕਿਵੇਂ ਲਿਖਾਂਗੇ ਇਸ ਨੂੰ ਲਿਖਾਂਗੇ 3x - 5y ਬਰਾਬਰ ਹੈ ਆ -4 ਉਧਰ ਜਾ ਕੇ ਕੀ ਹੋ ਜਾਏਗਾ +4 क्योंकि ਅਸੀਂ ਉਧਰ 0 ਨਹੀਂ ਰੱਖਾਂਗੇ ਇਸ ਕੁਐਸਚਨ ਨੂੰ ਸੋਲਵ ਕਰਨ ਵੇਲੇ ਉਧਰ ਜਾ ਕੇ ਅਸੀਂ ਕੀ ਕਰਾਂਗੇ +4 ਦਾ ਕਰਤਾ -4 ਨੂੰ ਅਸੀਂ +4 ਬਣਾਤਾ ਐਵੇਂ 9x x ਵਾਲੀ ਰਕਮ ਵੀ ਅਸੀਂ ਇੱਧਰ ਰੱਖਾਂਗੇ y ਵਾਲੀ ਵੀ ਅਸੀਂ ਲੈਫਟ ਸਾਈਡ ਤੇ ਰੱਖਾਂਗੇ ਇਹ ਉਧਰ ਜਾ ਕੇ 2y ਪਲੱਸ ਦਾ ਹੈ ਇੱਧਰ ਆ ਕੇ -2y ਹੋ ਗਿਆ ਬਰਾਬਰ ਹੈ ਅਸੀਂ 7 ਨੂੰ ਨਹੀਂ ਬਿਲਕੁਲ ਛੇੜਾਂਗੇ ਉਹ ਉੱਥੇ ਦਾ ਉੱਥੇ ਪਿਆ ਰਹਿ ਜਾਏਗਾ ਤਾਂ 9x - 2y ਬਰਾਬਰ ਹੈ 7 ਹੁਣ ਸਾਡੇ ਕੋਲ ਇਹ ਦੋ ਇਕੁਏਸ਼ਨਸ ਤਿਆਰ ਹੋ ਗਈਆਂ ਸਿੰਪਲ ਉਹੀ ਪ੍ਰੋਸੈਸ ਹੈ ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਸਾਡਾ ਟਾਰਗੇਟ ਇਹ ਨਹੀਂ ਹੈ ਕਿ ਅਸੀਂ ਇਸ ਨੂੰ ਹੀ ਇਹਦੇ ਨਾਲ ਗੁਣਾ ਕਰਨਾ ਹੈ ਤੇ ਇਸ ਨੂੰ ਹੀ ਇਹਦੇ ਨਾਲ ਗੁਣਾ ਕਰਨਾ ਹੈ ਇਹ ਸਾਡਾ ਟਾਰਗੇਟ ਨਹੀਂ ਹੈ ਇਹ ਇੱਕ ਮੈਥਡ ਹੈ ਸਾਡਾ ਟਾਰਗੇਟ ਕੀ ਹੈ ਕਿ ਅਸੀਂ ਪਹਿਲੀਆਂ ਰਕਮਾਂ ਨੂੰ ਮੈਚ ਕਰਨਾ ਹੈ ਸੇਮ ਬਣਾਉਣਾ ਹੈ ਤਾਂ ਜੇਕਰ ਇਸ ਇਕੁਏਸ਼ਨ ਨੂੰ ਮੈਂ ਸਿਰਫ 3 ਨਾਲ ਗੁਣਾ ਕਰਦਾ ਤਾਂ 3 ਨੂੰ 3x ਨਾਲ ਗੁਣਾ ਕਰਾਂਗੇ 9x ਆ ਜਾਏਗਾ ਤਾਂ ਇਸ ਨੂੰ ਕਿਸੇ ਚੀਜ਼ ਨਾਲ ਗੁਣਾ ਕਰਨ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਚਾਹੀਦੀ ਸਿੰਪਲ ਆਪਣਾ ਵੇ ਕੀ ਹੈ ਕਿ ਅਸੀਂ ਇਸ ਇਕੁਏਸ਼ਨ ਨੂੰ ਇਹ ਜਿਹੜਾ ਪਹਿਲੀ ਚੀਜ਼ ਹੈ ਉਸ ਨੂੰ ਅਸੀਂ ਇਹਦੇ ਵਰਗਾ ਬਣਾਉਣਾ ਹੈ ਤਾਂ 3x ਨੂੰ ਜੇ ਮੈਂ 9x ਬਣਾਉਣਾ ਹੈ ਤਾਂ ਮੈਨੂੰ 3 ਨਾਲ ਮਲਟੀਪਲਾਈ ਕਰਨਾ ਪਏਗਾ ਤਾਂ ਮੈਂ ਕੀ ਕਰਦਾ ਇਹ ਸਾਰੀ ਰਕਮ ਨੂੰ 3 ਨਾਲ ਮਲਟੀਪਲਾਈ ਕਰ ਦਿੰਦਾ
और मल्टीप्लाई करके इथे लिख देना। पूरी रकम मैं 3 नाल मल्टीप्लाई करना, 3 गुणा 3x 9x, 3 गुणा -5y -15y बराबर है 3 गुणा 4 12। ਇਹ ਤਾਂ ਬਣ ਗਈ ਇਕੁਏਸ਼ਨ ਨੰਬਰ 1। ਦੂਜੀ ਇਕੁਏਸ਼ਨ ਨੂੰ ਮੈਨੂੰ ਕਿਸੇ ਨਾਲ ਮਲਟੀਪਲਾਈ ਕਰਨ ਦੀ ਲੋੜ ਨਹੀਂ, ਕਿਉਂਕਿ ਉਹਦੇ ਅੱਗੇ ਤਾਂ ਪਹਿਲਾਂ ਹੀ ਅਸੀਂ ਸਾਡੇ ਕੋਲੇ 9 ਹੈ, x ਦੇ ਨਾਲ 9 ਲੱਗਿਆ ਹੋਇਆ ਹੈ, ਸਾਨੂੰ ਕਿਸੇ ਨਾਲ ਮਲਟੀਪਲਾਈ ਕਰਨ ਦੀ ਲੋੜ ਨਹੀਂ ਹੈ। ਹੁਣ ਅਸੀਂ ਕੀ ਕਰਾਂਗੇ, ਸਿੰਪਲ ਇਸ ਨੂੰ ਮਾਈਨਸ ਕਰਾਂਗੇ, a ਮਾਈਨਸ a प्लस a माइनस 9x माइनस 9x एक खत्म, माइनस 15y प्लस 2y माइनस 15y प्लस 2y, एक माइनस का है एक प्लस का है, तो वड्डे चों असी छोटा घटावांगे, 15 चों 2 घटाए 13y 13y। साइन केड़ा लगू, जेड़ा वड्डे अगे सी, वड्डा कौन सी 15y, ਇਹਦੇ ਕੀ ਲੱਗਿਆ ਸੀ माइनस, तब माइनस 13y इज इक्वल टू 12 माइनस 7, ये होता है जी 5, 12 चो 7 कटे 5 आ गया, तो y की वैल्यू आ गई 5 बटा माइनस 13। माइनस 13 ਨੂੰ ਜਿਹੜਾ ਹੈ ਅਸੀਂ ਉੱਪਰ ਵੀ ਲਿਖ ਸਕਦੇ ਹਾਂ, ਇਹ ਮਲਟੀਪਲਾਈ ਚ ਸੀ, नीचे जाके भाग हो गया, y की वैल्यू आ गई -5 बटा 13। ਹੁਣ ਇਸ वैल्यू ਨੂੰ ਅਸੀਂ ਕੀ ਕਰਦੇ ਹਾਂ, ਕਿਸੇ ਵੀ ਇੱਕ ਇਕੁਏਸ਼ਨ ਚ, ਇਕੁਏਸ਼ਨ ਆਪਣੀ ਹੈ ਆਈਦਰ ਇਸ ਚ ਭਰ ਦੂੰ ਜਾਂ ਇਹਦੇ ਵਿੱਚ ਭਰ ਦੂੰ, ਅਸੀਂ ਇਹਦੇ ਨਾਲ ਵੈਲਿਊ ਫਾਈਂਡ ਕਰ ਲਾਂਗੇ। ਇਸ ਇਕੁਏਸ਼ਨ ਨੂੰ ਅਸੀਂ ਠੀਕ ਕਰਕੇ ਕਿੱਥੇ ਲਿਖਿਆ ਹੋਇਆ ਹੈ, ਇੱਥੇ ਲਿਖਿਆ ਹੋਇਆ, ਤਾਂ ਅਸੀਂ ਇਸ ਇਕੁਏਸ਼ਨ ਚ ਭਰਦੇ ਹਾਂ 3x 5y बराबर है 4, 3x 5y बराबर है 4, ये इक्वेशन सेम इक्वेशन है, बस -4 उसके ऊपर +4 करके रखा हुआ है। y की वैल्यू -5 बटा 13 पर है, y की वैल्यू देखो 3x था 3x -5 गुणा y की थां पे मैं करूंगा -5 बटा 13, इसमें ब्रैकेट्स लिख लेना -5 बटा 13, ताकि आपां नूं आसानी रहे। बाकी सारा कुछ सेम है, 5 गुणा y इट मींस 5 गुणा y की थां पे मैं -5 गुणा 13 भरता, तो ये बनया 3x -5 गुणा -5। देखो आपां कीता होया किसी भी चीज ਨੂੰ दो चीज़ों ਨੂੰ ਅਸੀਂ मल्टीप्लाई करते हैं, -5 गुणा -5 5 25 माइनस गुणा माइनस प्लस, तब -5 गुणा -5 प्लस 25 बटा 13, -5 गुणा -5 बटा 13, तो प्लस 25 बटा 13 इज इक्वल टू 4। इसका सी सॉल्यूशन कर रहे हूं, तो ਇਹਦੇ ਥੱਲੇ 13 है प्लस 25 बटा 13, तो 3x की वैल्यू की आएगी 4 उधर पे है, अब प्लस 25 बटा 13 उधर जाके हो जाएगा -25 बटा 13, क्योंकि इधर प्लस था सी उधर जाके माइनस था हो गया। 3x की वैल्यू आ गई, इसमें मैं 4 बटा 1 लिख सकता, क्योंकि कला 4 है, नीचे 1 लेके आ सकता। दोनों का एलसीएम 1 ते 13 का एलसीएम होता है 13, ये अपन पता है। तो 13 1 ਨੂੰ मैं 13 ਨਾਲ गुणा किया, तो ऊपरली रकम ਨੂੰ भी मैं 13 ਨਾਲ गुणा करूंगा, तो मैं लिखूंगा 4 गुणा 13। अच्छा देन माइनस था ते माइनस 13 ਨੂੰ मैं 1 ਨਾਲ गुणा किया, ताही 13 है, 13 एकम 13, तो ऊपरली रकम ਨੂੰ भी मैं 1 ਨਾਲ ही गुणा करूंगा, 25 एकम 25, ये ਆਪਾਂ एलसीएम करना सीखे हो गया। 3x बराबर है 4 गुणा 13, 13 चौका 52 माइनस 25 एकम 25 बटा 13, 3x की वैल्यू है 52 चो 25 घटाए, ये आया जी 27 बटा 13, 3x की वैल्यू 27 बटा 13। तो एक ही दसदा है x की वैल्यू जो है x नाल 3 गुणा दे विच है, उधर जाके की हो जाएगा भाग दे विच, तो 27 बटा 13 नीचे आ जाएगा, नीचे जाके ये 3 नीचे जाके गुणा छोड़ेगा, मतलब इस साइड पे भाग छोड़ेगा, तो 3 नाल कटिंग होगी 27 दी, तो ये आ गया 9, 3 नाल 27 दी कटिंग हुई, तो ये आ गया 9, तो x की वैल्यू आ गई 9 बटा 13। सो y की वैल्यू है -5/13 एंड x की वैल्यू है 9/13। ये दो वैल्यूज ਅਸੀਂ फाइंड करनी सी। एक क्वेश्चन ਅਸੀਂ करते हैं ਹੁਣ स्टेटमेंट वाला, स्टेटमेंट वाला क्वेश्चन करते हैं, जो कि एग्जाम के पॉइंट ऑफ व्यू नाल बहुत इंपॉर्टेंट है, एलिमिनेशन मेथड के थ्रू ही करांगे। ऐसे क्वेश्चन 6 मार्क्स दे विच
बोर्ड के एग्जाम के पूछे जाते हैं। क्वेश्चन है सेकंड नंबर क्वेश्चन का सेकंड पार्ट, एक्सरसाइज 3.4 सेकंड नंबर क्वेश्चन का सेकंड पार्ट। क्वेश्चन की है 5 years ago नूरी was thrice as old as सोनू। 5 साल पहला नूरी की जिहड़ी उम्र सी वो सोनू की उम्र नालों 3 गुना ज्यादा सी। ये जो आपां नूं स्टेटमेंट दिता हुआ, पहली गल आपां नूं दो बच्चों के नाम दिते हुए, एक है नूरी और दूसरा है सोनू। तो आप लिखांगे मान लो, पहला आप लिखांगे अज की उम्र, सपोज आपां नूं करनी पऊगी अज की उम्र। स्टेटमेंट की कहती है 5 साल पहला नूरी की उम्र सोनू की उम्र नालों 3 गुना ज्यादा सी। 10 साल बाद नूरी की उम्र सोनू की उम्र नालों 2 गुना ज्यादा होगी। स्टेटमेंट्स दिता हुआ आपां नूं। हाउ ओल्ड आर नूरी एंड सोनू, नूरी ते सोनू हुण कितनी उम्र दे ने। आपां लिख लेने आ, मान लो नूरी दी उम्र प्रेजेंट एज को कह देते हैं बराबर है एक्स। अज की उम्र नूरी दी अज की उम्र बराबर है एक्स ते सोनू दी अज की उम्र मान लेने असी वाई। नूरी की उम्र है एक्स एंड सोनू की उम्र है वाई। हुण उसने की किया 5 साल पहला नूरी सोनू तो 3 गुना उम्र दी सी, थ्राइस सी दी एज। तो 5 साल पहला आपां नूं उम्र लिखनी पएगी। मान लो अज किसी की उम्र 13 साल है, अज प्रेजेंट एज किसी की 13 साल है। तो 5 साल पहला उसकी कितनी उम्र होनी सी, 13 चों मैं 5 घटा दा 8 साल होनी सी। जिहदी उम्र अज 13 साल है, 5 साल पहला 13 - 5 8 साल। जिहदी उम्र अज 18 साल है, 5 साल पहला 18 - 5। जिहदी उम्र अज x साल है, 5 साल पहला x - 5। तो जो अज की उम्र है उस चों मैं की कीता 5 साल नूं घटाता। तो असीं लिखते हैं 5 साल पहला, 5 साल पहला। इत्थे असीं लिखांगे नूरी दी उम्र अज की उम्र नालों कितनी होएगी, अज x है, x तो 5 असीं घटा देने। ते सोनू दी उम्र y चों 5 घटा। ओके, ये होगी 5 साल पुरानी उम्र। अच्छा, 5 साल पहला नूरी की उम्र, मतलब नूरी की उम्र x - 5 है। ये की सी 3 गुना सी। स्टेटमेंट च लिखा हुआ अपन दिता हुआ 3 गुना सी किदी उम्र नालों, सोनू की उम्र नालों। सोनू की उम्र कितनी सी 5 साल पहला, y - 5। तो 5 साल पहला जो नूरी की उम्र सी वो मैं आप कड्डी, सोनू की उम्र मैं आप कड्डी। नूरी की उम्र सोनू की उम्र नालों 3 गुना ज्यादा सी। तो मैं सोनू की उम्र को 3 नाल गुणा करता ताकि दोनों की उम्र बराबर बराबर असीं लिख सकीए। नूरी की उम्र सोनू की उम्र नालों 3 गुना ज्यादा सी। तो इसमें मैं सोल्व करके एक इक्वेशन बनाना, x - 5 बराबर है 3 गुना y 3y, 3 गुना -5 -15। तो हाँ x है, आ 3y प्लस का इधर आके की हो जाएगा माइनस का। असीं x ते y दी रकमां एक साइड पे रख लेने होने। उधर की है -15, ये -5 उधर है की हो जाएगा +5। तो x - 3y बराबर है -15 + 5 होता है -10। एक तो साडे कोल इक्वेशन ए बन, इक्वेशन नंबर 1। ओके, हुण वो की कह रहे हैं 10 साल बाद नूरी की अज की उम्र x है। 10 साल बाद नूरी की उम्र कितनी होएगी, x + 10। जेकर अज x है तो 10 साल बाद x + 10 होएगी। ते सोनू की उम्र होएगी y + 10। तो उसने स्टेटमेंट च होर की क्या है, उसने ये किया कि नूरी की उम्र सोनू की उम्र नालों 10 साल बाद दुगनी होएगी। तो 10 साल बाद नूरी की उम्र x + 10 है, एक ही होएगी दुगनी कितने नालों, सोनू की उम्र नालों जो 10 साल बाद होएगी y + 10। तो x + 10 बराबर है 2 गुना y + 10। तो इसको ਅਸੀਂ सोल्व करते हैं।
x प्लस 10 बराबर है 2 गुना y 2y प्लस 2 गुना 10 v। तब x से y वाले एक साइड पे x और 2y इधर आके माइनस 2y बराबर है उधर v ये प्लस 10 उधर जाके माइनस 10 x माइनस 2y बराबर आ गया 10 ये साढ़े को बन गई इक्वेशन नंबर 2। x माइनस 3y बराबर है माइनस 10 और x माइनस 2y बराबर है 10। ये दो इक्वेशन ਨੂੰ ਅਸੀਂ ਐਲੀਮੀਨੇਸ਼ਨ ਮੈਥਡ ਨਾਲ ਸੋਲਵ ਕਰਾਂਗੇ। ਆ ਪਹਿਲੀ ਇਕੁਏਸ਼ਨ ਹੈ, ਦੂਜੀ ਨੂੰ ਮੈਂ ਇਸ ਦੇ ਨੀਚੇ ਲੈ ਆਣਾ x 2y ਬਰਾਬਰ ਹੈ 10। ਇਹ ਇਕੁਏਸ਼ਨ ਨੰਬਰ 2 ਬਣ ਗਈ। ਹੁਣ ਅਸੀਂ ਕੀ ਕਰ ਰਹੇ ਹਾਂ, ਪਹਿਲੀ ਰਕਮ ਸੇਮ ਹੋਣੀ ਚਾਹੀਦੀ, ਇੱਥੇ ਪਹਿਲਾਂ ਹੀ ਸੇਮ ਹੈ, ਸਾਨੂੰ ਕੁਝ ਕਰਨ ਦੀ ਲੋੜ ਨਹੀਂ। ਐਲੀਮੀਨੇਸ਼ਨ ਮੈਥਡ ਲਗਾਵਾਂਗੇ, ਇਸ ਨੂੰ ਸਾਈਨ ਦੂਜੀ ਚੋਂ ਪਹਿਲੀ ਚੋਂ ਅਸੀਂ ਦੂਜੀ ਰਕਮ ਘਟਾਣੀ ਹੈ ਤਾਂ ਅਸੀਂ ਲਿਖਾਂਗੇ a ਮਾਈਨਸ a ਪਲਸ a ਮਾਈਨਸ। ਅਸੀਂ ਪਹਿਲਾਂ ਇਹ ਮੈਥਡ ਕਰ ਚੁੱਕੇ ਹਾਂ। x ਮਾਈਨਸ x ਇਹ ਆਪਸ ਵਿੱਚ ਕਟਿੰਗ होगी, माइनस 3y प्लस 2y, अब माइनस 3y है आ माइनस 2y इधर प्लस का बन गया तो प्लस 2y तो ये बन गया माइनस y माइनस 3y प्लस 2y। 3 से 2 घटाया 1y माइनस 1y साइन जो है बड़े वाला लगेगा माइनस 1y बराबर है माइनस 10 ये हो गया माइनस v। तो माइनस 1y बराबर है माइनस v। तब y किस दे बराबर है माइनस v बटा माइनस 1 माइनस नाल माइनस की कटिंग होगी y की वैल्यू आ गई 20। y की वैल्यू कितनी आ गई 20। सोनू की उम्र कितनी कटती असी 20 ते नूरी की उम्र देखो y की वैल्यू आ गई 20। तो आज की डेट च हुन x की वैल्यू फाइंड करनी है, ਅਸੀਂ y की 20 किसे च भी पुट कर लेंगे। देखो x माइनस 3 एक पहली क्वेश्चन भर देना x माइनस 3y बराबर है माइनस 10। तो x माइनस 3 गुना y का मूल है 20 बराबर है माइनस 10। तो x माइनस 60 बराबर है x माइनस 60 बराबर है माइनस 10। तो x बराबर है माइनस 10 ये माइनस 60 उधर की हो जाएगा प्लस 60 माइनस 10 प्लस 60 की हो गया 50। x की वैल्यू आ गई 50। सो x की वैल्यू मतलब नूरी की अज की उम्र ਅਸੀਂ लिखांगे। सो नूरी की उम्र नूरी की प्रेजेंट एज हैगी 50 और सोनू की अज की उम्र है 20। और इसमें तुसी किसी भी कंडीशन च पा के देख लो तुसी इसका आंसर बिल्कुल आपको सही मिलेगा। चेक करके देखो उसने क्या सी कि 5 साल पहला नूरी की उम्र सोनू की उम्र तो तिगड़ी है। 5 साल पहले की उम्र कितनी सी, आज 50 है तो 5 साल पहला 50 चो 5 घटाया नूरी की उम्र 45 साल सी ते इस दी उम्र 20 चो 5 घटाया 5 साल पहला 15 साल सी। तब 15 साल तो तिगुना हो गया 45 साल। इट मीन साडा आंसर जो है बिल्कुल सही है। सो इस तरीके नाल असी इक्वेशंस बना के विद द हेल्प ऑफ एलिमिनेशन मेथड इसनु असी सोल्व कर सकते हैं। थैंक यू वेरी मच।